हाँ जी, हेलो है एवरीवन, वेलकम टू माय यूट्यूब चैनल। हाँ जी, अज आप समझांगे कंजम्पशन फंक्शन की है एंड सेविंग फंक्शन की है। तो कंजम्पशन फंक्शन रिलेशनशिप शो करता बिटवीन जो अपना की है कंजम्पशन एंड इनकम दे विच। तो उसनूं आपां की कहने आ कंजम्पशन फंक्शन कहने आ कि जिहड़ा अपना कंजम्पशन आ वो इनकम का मेन पार्ट आ। ਉਹਦੇ ਨਾਲ ਕੀ ਆ ਪੋਜ਼ਿਟਿਵ ਰਿਲੇਸ਼ਨ ਆ। ਜੇ ਆਪਣੇ ਕੰਜ਼ੰਪਸ਼ਨ ਇਨਕਮ ਇਨਕਰੀਜ਼ ਹੋਊਗੀ ਤਾਂ ਉਹਦੇ ਨਾਲ ਆਪਣੇ ਕੰਜ਼ੰਪਸ਼ਨ ਐਕਸਪੈਂਡੀਚਰ ਵੀ ਕੀ ਹੋਣਗੇ, ਇਨਕਰੀਜ਼ ਹੋਣਗੇ। ਜਦੋਂ ਆਪਣੀ ਇਨਕਮ ਜ਼ੀਰੋ ਹੁੰਦੀ ਆ ਫਿਰ ਵੀ ਆਪਣਾ ਜਿਹੜਾ ਕੰਜ਼ੰਪਸ਼ਨ ਦਾ ਲੈਵਲ ਉਹ ਮਿਨੀਮਮ ਲੈਵਲ ਆਫ ਹੁੰਦਾ ਜੀ, ਮਿਨੀਮਮ ਲੈਵਲ ਆਫ ਕੰਜ਼ੰਪਸ਼ਨ, ਜਿਸ ਨੂੰ ਆਪਾਂ ਕੀ ਕਹਿੰਦੇ ਆ ਆਟੋਨੋਮਸ ਕੰਜ਼ੰਪਸ਼ਨ। ਤਾਂ ਕਿਉਂਕਿ ਆਪਾਂ ਲਾਈਫ ਦੇ ਵਿੱਚ ਕੀ ਸਰਵਾਈਵ ਕਰਨਾ ਤਾਂ ਆਪਾਂ ਕੁਝ ਤਾਂ ਖਰਚਾ ਕਰਾਂਗੇ, ਚਾਹੇ ਆਪਣੀ ਇਨਕਮ ਜ਼ੀਰੋ ਹੋਵੇ, ਜੋ ਵੀ ਆਪਣੀਆਂ ਬੇਸਿਕ ਰਿਕੁਆਇਰਮੈਂਟਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ। ਤਾਂ ਇਸ ਕਰਕੇ ਇਨਕਮ ਜ਼ੀਰੋ ਤੇ ਆਪਣਾ ਮਿਨੀਮਮ ਲੈਵਲ ਆਫ ਕੰਜ਼ੰਪਸ਼ਨ ਹੁੰਦਾ, ਜਿਸ ਨੂੰ ਆਪਾਂ ਕੀ ਕਹਿੰਦੇ ਆ ਆਟੋਨੋਮਸ ਕੰਜ਼ੰਪਸ਼ਨ। ਜਿਵੇਂ ਜਿਵੇਂ ਆਪਣੀ ਜਿਹੜੀ ਇਨਕਮ ਆ ਉਹ ਇਨਕਰੀਜ਼ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕੰਜ਼ੰਪਸ਼ਨ ਨੇ ਉਹ ਵੀ ਇਨਕਰੀਜ਼ ਹੁੰਦੇ ਨੇ, ਉਹਨਾਂ ਦੇ ਵਿੱਚ ਪੋਜ਼ਿਟਿਵ ਰਿਲੇਸ਼ਨ ਆ। ਬਟ ਜਿਹੜੇ ਰੇਟ ਤੇ ਇਨਕਮ ਇਨਕਰੀਜ਼ ਹੁੰਦੀ ਆ ਉਹ ਰੇਟ ਤੇ ਆਪਣੇ ਖਰਚੇ ਇਨਕਰੀਜ਼ ਨਹੀਂ ਹੁੰਦੇ ਹੈਗੇ, ਕਿਉਂਕਿ ਇੱਕ ਲੈਵਲ ਤੋਂ ਬਾਅਦ ਆਪਾਂ ਕੀ ਆ ਕੁਝ ਪਾਰਟ ਇਨਕਮ ਦਾ ਆਪਾਂ ਸੇਵ ਕਰਨ ਲੱਗ ਜਾਂਦੇ ਆ। ਤੇ ਇਹਦੇ ਵਿੱਚ ਮੇਨ 3 ਪੁਆਇੰਟ ਨੇ ਵੀ ਆਪਣੀ ਇਨਕਮ ਜ਼ੀਰੋ ਤੇ ਮਿਨੀਮਮ ਲੈਵਲ ਆਫ ਕੰਜ਼ੰਪਸ਼ਨ ਹੁੰਦਾ ਤੇ ਇਨਕਮ ਦੇ ਨਾਲ ਜਿਹੜਾ ਕੰਜ਼ੰਪਸ਼ਨ ਉਹਦਾ ਪੋਜ਼ਿਟਿਵ ਰਿਲੇਸ਼ਨ ਆ, ਤੇ ਜਿਹੜੇ ਰੇਟ ਤੇ ਇਨਕਮ ਇਨਕਰੀਜ਼ ਹੁੰਦੀ ਆ ਉਹ ਰੇਟ ਤੇ ਆਪਣੇ ਜਿਹੜੇ ਖਰਚੇ ਨੇ ਕੰਜ਼ੰਪਸ਼ਨ ਐਕਸਪੈਂਡੀਚਰ ਨੇ ਉਹ ਇਨਕਰੀਜ਼ ਨਹੀਂ ਹੁੰਦੇ। ਹੁਣ ਉਸ ਤੋਂ ਬਾਅਦ ਆ ਗਿਆ ਸਲੋਪ ਆਫ ਸੀ ਲਾਈਨ ਕੀ ਆ, ਇਸ ਨੂੰ ਆਪਾਂ ਕੰਜ਼ੰਪਸ਼ਨ ਫੰਕਸ਼ਨ ਵੀ ਕਹਿੰਦੇ ਆ ਜਾਂ MPC। ਇਹ ਆਪਾਂ ਨੂੰ ਕੀ ਦੱਸਦਾ ਵਾ ਵੀ ਆਪਣੀ ਇਨਕਮ ਦੇ ਚੇਂਜ ਹੋਣ ਦੇ ਨਾਲ ਖਰਚਿਆਂ ਦੇ ਵਿੱਚ ਕਿੰਨਾ ਚੇਂਜ ਆਇਆ, ਉਹਦੇ ਵਿਟਾਮਿਨ ਕੀ ਰੇਸ਼ੋ ਆਉਂਦੀ ਆ, ਉਹਦੇ ਬਾਰੇ ਦੱਸਦਾ ਆਪਾਂ ਨੂੰ। ਦੇਖੋ ਕਹਿੰਦੇ ਇਟ ਰੈਫਰਸ ਟੂ ਦੀ ਰੇਟ ਐਟ ਵਿੱਚ ਸੀ ਇਨਕਰੀਜ਼, ਮਤਲਬ ਆਪਣੀ ਜੋ ਕੰਜ਼ੰਪਸ਼ਨ ਇਨਕਰੀਜ਼ ਹੋ ਰਹੀ ਆ ਇਨ ਰਿਸਪੌਂਸ ਟੂ ਗਿਵਨ ਇਨਕਰੀਜ਼ ਇਨ ਵਾਈ, ਮਤਲਬ ਆਪਣੀ ਇਨਕਮ। ਹੁਣ ਦੇਖੋ MPC ਆਪਾਂ ਕਿਵੇਂ ਕੈਲਕੂਲੇਟ ਕਰਦੇ ਆ, ਚੇਂਜ ਇਨ ਕੰਜ਼ੰਪਸ਼ਨ ਅਪੋਨ ਚੇਂਜ ਇਨ ਇਨਕਮ। ਤਾਂ ਇੱਥੇ ਆਪਣੀ ਜਿਹੜੀ ਇਨਕਮ ਆ ਉਹ 100 ਤੇ ਆਪਣੀ ਕਿੰਨੀ ਇਨਕਮ ਹੋ ਗਈ 150, ਤਾਂ ਇਨਕਮ ਦੇ ਵਿੱਚ ਕਿੰਨਾ ਚੇਂਜ ਆਇਆ ਆਪਣੇ ਕੋਲੇ 50 ਦਾ। ਤੇ ਜਿਹੜੇ ਆਪਣੇ ਕੰਜ਼ੰਪਸ਼ਨ ਜਦੋਂ ਆਪਣੀ ਇਨਕਮ 100 ਦੀ ਤਾਂ ਆਪਣੇ ਕੰਜ਼ੰਪਸ਼ਨ ਵੀ ਕਿੰਨੇ ਸੀ 100 ਸੀ। ਹੁਣ ਆਪਣੀ ਇਨਕਮ 100 ਤੋਂ 150 ਹੋ ਗਈ ਤੇ ਕੰਜ਼ੰਪਸ਼ਨ 100 ਤੋਂ ਕਿੰਨੇ ਹੋ ਗਏ 140 ਦਾ। ਕਿੰਨਾ ਚੇਂਜ ਆਇਆ 40 ਦਾ। ਤੇ ਇਸ ਨੂੰ ਆਪਾਂ ਕੱਟ ਕਰ ਦਈਏ ਤਾਂ ਆਪਣਾ ਕਿੰਨਾ ਆ ਗਿਆ ਜੀ 0.8 ਆ ਗਿਆ। ਮਤਲਬ ਆਪਣੀ ਇਨਕਮ ਇਨਕਰੀਜ਼ ਹੋਣ ਤੇ ਆਪਾਂ 80% ਕੀ ਕਰ ਰਹੇ ਹਾਂ ਕੰਜ਼ੰਪਸ਼ਨ ਕਰ ਰਹੇ ਹਾਂ। ਤਾਂ ਆਪਣਾ ਜਿਹੜਾ ਕੰਜ਼ੰਪਸ਼ਨ ਫੰਕਸ਼ਨ ਉਹ ਆਪਾਂ ਨੂੰ ਦੱਸਦਾ ਵਾ MPC ਬਾਰੇ, ਮਤਲਬ ਵੀ ਆਪਣੇ ਕਿਹੜੇ ਰੇਟ ਤੇ ਐਕਸਪੈਂਡੀਚਰ ਹੋ ਰਹੇ ਨੇ, ਵੀ ਇਨਕਮ ਜੋ ਇਨਕਰੀਜ਼ ਹੋਈ ਆ ਉਸ ਦੇ ਵਿੱਚੋਂ ਆਪਾਂ ਕਿੰਨੇ % ਕੀ ਕਰ ਰਹੇ ਆ ਐਕਸਪੈਂਡੀਚਰ ਕਰ ਰਹੇ ਆ, ਜਿਹੜੇ ਆਪਣੇ ਕੰਜ਼ੰਪਸ਼ਨ ਐਕਸਪੈਂਡੀਚਰ ਨੇ। ਹੁਣ ਇੱਕ ਆ ਗਿਆ ਆਪਣਾ APC ਐਂਡ MPC। ਜਿਹੜਾ ਆਪਣਾ APC ਅਤੇ MPC ਦੋਨਾਂ ਦੇ ਵਿੱਚ ਗੱਲ ਆਪਾਂ ਕਿਹਦੀ ਕਰਦੇ ਆ ਕੰਜ਼ੰਪਸ਼ਨ ਤੇ ਇਨਕਮ ਦੀ, ਬਟ ਦੋਨਾਂ ਦੇ ਵਿੱਚ ਡਿਫਰੈਂਸ ਕੀ ਆ। ਜੋ ਆਪਣਾ APC ਆ ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ, ਇਹ ਕਿਵੇਂ ਕੈਲਕੂਲੇਟ ਹੁੰਦਾ ਕੰਜ਼ੰਪਸ਼ਨ ਅਪੋਨ ਇਨਕਮ। ਇਸ ਦੇ ਵਿੱਚ ਆਪਾਂ ਗੱਲ ਕਰਦੇ ਆ ਟੋਟਲ ਕੰਜ਼ੰਪਸ਼ਨ ਤੇ ਟੋਟਲ ਇਨਕਮ ਕਿੰਨੀ ਆ। ਜੋ ਆਪਣਾ MPC ਆ ਇਹਦੇ ਵਿੱਚ ਗੱਲ ਕਰਦੇ ਆ ਆਪਾਂ ਜੋ ਪਹਿਲਾਂ ਕੀਤਾ ਚੇਂਜ ਇਨ ਕੰਜ਼ੰਪਸ਼ਨ ਅਪੋਨ ਚੇਂਜ ਇਨ ਇਨਕਮ ਕੀ ਆ। ਹੁਣ ਇਸ ਦੇ ਵਿੱਚ ਇੱਕ ਮੇਨ ਪੁਆਇੰਟ ਆ ਵੀ APC ਐਂਡ MPC ਦੇ ਵਿੱਚੋਂ ਕਿਹੜਾ ਇੱਕ ਤੋਂ ਜ਼ਿਆਦਾ ਹੋ ਸਕਦਾ। ਜਿਹੜਾ ਆਪਣਾ APC ਆ ਇਹ ਕੀ ਆ ਕੈਨ ਵੀ ਜਿਹੜਾ ਆਪਣਾ ਇੱਕ ਤੋਂ ਜ਼ਿਆਦਾ ਹੋ ਸਕਦਾ। ਜਿਹੜਾ ਆਪਣਾ APC ਆ ਉਹ ਕੈਨ ਵੀ ਆਪਣਾ ਕੀ ਆ 1 ਤੋਂ ਕੀ ਆ ਜ਼ਿਆਦਾ ਹੋ ਸਕਦਾ। ਜੋ ਮਤਲਬ ਜ਼ਿਆਦਾ ਕਦੋਂ ਹੋਊਗਾ ਜਦੋਂ ਜਿਹੜੀ ਆਪਣੀ ਕੰਜ਼ੰਪਸ਼ਨ ਆ ਉਹ ਜ਼ਿਆਦਾ ਆ ਤੇ ਜਿਹੜਾ ਆਪਣਾ ਇਨਕਮ ਦਾ ਲੈਵਲ ਆ ਉਹ ਕੀ ਆ ਘੱਟ ਆ। ਤਾਂ ਉਸ ਕੇਸ ਦੇ ਵਿੱਚ ਆਪਣਾ APC ਆ 1 ਤੋਂ ਜ਼ਿਆਦਾ ਹੋ ਸਕਦਾ, ਬਟ ਜੋ ਆਪਣਾ MPC ਆ ਉਹ ਕਦੇ ਵੀ 1 ਤੋਂ ਜ਼ਿਆਦਾ ਨਹੀਂ ਹੁੰਦਾ। APC 1 ਤੋਂ ਜ਼ਿਆਦਾ ਹੋ ਸਕਦਾ, MPC 1 ਤੋਂ ਕਦੇ ਜ਼ਿਆਦਾ ਨਹੀਂ ਹੋਊਗਾ। ਤਾਂ ਜਿਹੜਾ ਆਪਣਾ ਕੰਜ਼ੰਪਸ਼ਨ ਫੰਕਸ਼ਨ ਆ ਉਹ ਆਪਾਂ ਨੂੰ MPC ਬਾਰੇ ਦੱਸਦਾ, ਨਾਟ APC। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਸੇਵਿੰਗ ਫੰਕਸ਼ਨ। ਸੇਵਿੰਗ ਫੰਕਸ਼ਨ ਕੀ ਆ ਰਿਲੇਸ਼ਨਸ਼ਿਪ ਸ਼ੋ ਕਰਦਾ ਬਿਟਵੀਨ ਸੇਵਿੰਗ ਐਂਡ ਇਨਕਮ, ਕਿਉਂਕਿ ਇਨਕਮ ਦੇ ਆਪਣੇ 2 ਪਾਰਟ ਨੇ, ਜਾਂ ਉਹਦੇ ਵਿੱਚ ਕੁਝ ਪਾਰਟ ਆਪਾਂ ਕੰਜ਼ਿਊਮ ਕਰਾਂਗੇ, ਕੁਝ ਪਾਰਟ ਆਪਾਂ ਕੀ ਹੋਊਗਾ ਸੇਵ ਹੋਊਗਾ। ਤਾਂ C+S ਕਿਹਦਾ ਕੰਪੋਨੈਂਟ ਆਪਣਾ ਇਨਕਮ ਦਾ, ਤੇ ਸੇਵਿੰਗ ਤੇ ਇਨਕਮ ਦੇ ਵਿੱਚ ਜਿਹੜਾ ਰਿਲੇਸ਼ਨ ਹੁੰਦਾ ਉਸ ਨੂੰ ਆਪਾਂ ਕੀ ਕਹਿੰਦੇ ਆ ਸੇਵਿੰਗ ਫੰਕਸ਼ਨ। ਜੋ ਕੰਜ਼ੰਪਸ਼ਨ ਤੇ ਇਨਕਮ ਦੇ ਵਿੱਚ ਰਿਲੇਸ਼ਨ ਆ ਉਹ ਦੋਨਾਂ 'ਚ ਉਹਨੂੰ ਆਪਾਂ ਕੀ ਕਹਿੰਦੇ ਆ ਕੰਜ਼ੰਪਸ਼ਨ ਫੰਕਸ਼ਨ। ਜਦੋਂ ਸੇਵਿੰਗ ਤੇ ਆਪਾਂ ਇਨਕਮ ਦੇ ਵਿੱਚ ਰਿਲੇਸ਼ਨ ਦੇਖਦੇ ਆ ਉਸ ਨੂੰ ਆਪਾਂ ਕੀ ਕਹਿੰਦੇ ਆ ਸੇਵਿੰਗ ਫੰਕਸ਼ਨ ਕਹਿੰਦੇ ਆ। ਉਸ ਤੋਂ ਬਾਅਦ ਜਦੋਂ ਆਪਣੀ ਇਨਕਮ ਜ਼ੀਰੋ ਆਪਣੀ ਜਿਹੜੀ ਸੇਵਿੰਗ ਆ ਉਹ ਕੀ ਹੋਊਗੀ ਨੈਗੇਟਿਵ ਹੋਊਗੀ, ਕਿਉਂਕਿ ਕੁਝ ਪਾਰਟ ਆਪਾਂ ਕੀ ਕਰ ਰਹੇ ਹਾਂ ਕੰਜ਼ਿਊਮ ਕਰ ਰਹੇ ਹਾਂ ਜਿਹੜੀ ਆਪਣੀ ਆਟੋਨੋਮਸ ਕੰਜ਼ੰਪਸ਼ਨ ਸੀ। ਤੇ ਇਨਕਮ ਦੇ ਨਾਲ ਜਿਹੜਾ ਸੇਵਿੰਗ ਦਾ ਉਹ ਕੀ ਆ ਇਨਕਮ ਦੇ ਨਾਲ ਸੇਵਿੰਗ ਦਾ ਪੋਜ਼ਿਟਿਵ ਰਿਲੇਸ਼ਨ ਆ। ਤੇ ਜਿਹੜੀ ਸੇਵਿੰਗ ਆ ਉਹ ਹਮੇਸ਼ਾ ਲੋਅਰ ਰਹਿੰਦੀ ਇਨਕਮ ਦੇ ਨਾਲੋਂ, ਕਿਉਂਕਿ ਇਨਕਮ ਦੇ ਵਿੱਚ ਕੁਝ ਪਾਰਟ ਆਪਾਂ ਕੰਜ਼ਿਊਮ ਕਰਦੇ ਹੀ ਕਰਦੇ ਆ, ਜਿਸ ਕਰਕੇ ਜਿਹੜੀ ਸੇਵਿੰਗ ਦੀ ਅਮਾਉਂਟ ਆ ਉਹ ਲੋਅਰ ਹੁੰਦੀ ਹੈ ਕਿਹਦੇ ਨਾਲੋਂ ਇਨਕਮ ਦੇ ਨਾਲੋਂ। ਉਸ ਤੋਂ ਬਾਅਦ ਆ ਗਿਆ ਸਲੋਪ ਆਫ ਐਸ ਲਾਈਨ ਕੀ ਹੈ।
ਸੇਵਿੰਗ ਫੰਕਸ਼ਨ ਵੀ ਕਹਿੰਦੇ ਇਸ ਨੂੰ ਆਪਾਂ MPS ਵੀ ਕਹਿੰਦੇ ਆ, ਮਾਰਜਨਲ ਪ੍ਰੋਪੈਂਸਿਟੀ ਟੂ ਸੇਵ। ਇਹ ਆਪਾਂ ਨੂੰ ਕਿਹਦੇ ਬਾਰੇ ਦੱਸਦਾ ਵਾ, ਚੇਂਜ ਇਨ ਸੇਵਿੰਗ ਅਪਨ ਚੇਂਜ ਇਨ ਇਨਕਮ। ਹੁਣ ਦੇਖੋ ਇੱਥੇ ਆਪਣੀ ਜਿਹੜੀ ਇਨਕਮ 100 ਆ ਤੇ ਆਪਣੀ ਕੰਜ਼ੰਪਸ਼ਨ ਵੀ ਕੀ ਆ 100 ਆ, ਤਾਂ ਜਿਹੜੀ ਆਪਣੀ ਸੇਵਿੰਗ ਉਹ ਕੀ ਹੋਊਗੀ 0 ਹੋਊਗੀ। ਉਸ ਤੋਂ ਬਾਅਦ ਜੋ ਆਪਣੀ ਇਨਕਮ 150 ਆ ਤੇ ਜਿਹੜੀ ਆਪਣੀ ਸੇਵਿੰਗ ਆ ਉਹ ਕਿੰਨੀ ਹੋ ਰਹੀ ਆ 10 ਹੋ ਰਹੀ ਆ। ਤਾਂ ਇਸ ਤਰੀਕੇ ਨੂੰ ਆਪਾਂ ਕੀ ਆ ਗ੍ਰਾਫ ਦੇ ਉੱਪਰ ਸ਼ੋ ਕਰ ਸਕਦੇ ਆ। ਇੱਧਰ ਆਪਣੀ ਕੀ ਆਉਂਦੀ ਹੈ ਸੇਵਿੰਗ, ਸੌਰੀ ਇੱਧਰ ਆਪਣੀ ਆਉਂਦੀ ਹੈ ਇਨਕਮ, ਇੱਧਰ ਆਪਾਂ ਸ਼ੋ ਕਰਦੇ ਆ ਆਪਣੀ ਸੇਵਿੰਗ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਦੋ ਇੰਪੋਰਟੈਂਟ ਪੁਆਇੰਟ ਨੇ, ਆਪਣਾ MPS ਐਂਡ APS। ਇੱਕ ਆਪਣਾ MPS, ਇੱਕ ਆਪਣਾ ਹੈਗਾ APS, ਦੋਨਾਂ 'ਚ ਡਿਫਰੈਂਸ ਕੀ ਆ। ਗੱਲ ਇਸ ਦੇ ਵਿੱਚ ਵੀ ਸੇਵਿੰਗ ਤੇ ਇਨਕਮ ਦੀ ਹੁੰਦੀ ਆ, ਗੱਲ ਇਸ ਦੇ ਵਿੱਚ ਵੀ ਸੇਵਿੰਗ ਤੇ ਇਨਕਮ ਦੀ ਗੱਲ ਕਰਦੇ ਆ, ਬਟ ਫਰਕ ਕੀ ਆ। ਇਸ ਦੇ ਵਿੱਚ ਆਪਾਂ ਗੱਲ ਕਰਦੇ ਆ ਚੇਂਜ ਇਨ ਸੇਵਿੰਗ ਅਪਨ ਚੇਂਜ ਇਨ ਇਨਕਮ, ਇਸ ਦੇ ਵਿੱਚ ਆਪਾਂ ਗੱਲ ਕਰਦੇ ਆ ਟੋਟਲ ਸੇਵਿੰਗ ਅਪਨ ਟੋਟਲ ਇਨਕਮ। ਤਾਂ ਜਿਹੜਾ ਆਪਣਾ ਸੇਵਿੰਗ ਫੰਕਸ਼ਨ ਆ ਉਹ ਕਿਹਦੇ ਬਾਰੇ ਦੱਸਦਾ ਆਪਾਂ ਨੂੰ, MPS ਬਾਰੇ, ਨੋਟ APS ਬਾਰੇ। ਹੁਣ ਉਸ ਤੋਂ ਬਾਅਦ ਜਿਹੜਾ ਹੁਣ ਦੇਖੋ ਜਿਹੜਾ ਆਪਣਾ APS ਤੇ MPS ਦੇ ਵਿੱਚੋਂ ਨੈਗੇਟਿਵ ਕਿਹੜਾ ਹੋ ਸਕਦਾ, ਠੀਕ ਹੈ ਜੀ, ਨੈਗੇਟਿਵ ਦੇ ਵਿੱਚ ਕਿਹੜਾ ਆਨਸਰ ਹੋ ਸਕਦਾ। ਤਾਂ ਜਿਹੜਾ ਆਪਣਾ APS ਆ ਜਦੋਂ ਆਪਾਂ ਇਹ ਕੈਲਕੂਲੇਟ ਕਰਦੇ ਆ ਇਹਦਾ ਆਨਸਰ ਆਪਣਾ ਕੀ ਆ -1 ਦੇ ਵਿੱਚ ਆ ਸਕਦਾ। ਉਹਦਾ ਕਾਰਨ ਕੀ ਆ, ਕਿਉਂਕਿ ਜਦੋਂ ਆਪਣੀ ਜਿਹੜੀ ਸੇਵਿੰਗ ਆ ਉਹ ਨੈਗੇਟਿਵ ਦੇ ਵਿੱਚ ਹੋਊਗੀ, ਇਹ ਦੇਖੋ ਇਨਕਮ ਕੀ ਹੈ ਨੈਗੇਟਿਵ ਆ, ਉਸ ਨੂੰ ਆਪਾਂ ਡਿਵਾਈਡ ਕਰਾਂਗੇ ਇਨਕਮ ਦੇ ਨਾਲ, ਤਾਂ ਇੱਥੇ ਜਿਹੜਾ ਆਪਣਾ ਆਨਸਰ ਆ ਉਹ ਕਿਹਦੇ ਵਿੱਚ ਆਊਗਾ ਨੈਗੇਟਿਵ ਦੇ ਵਿੱਚ ਆਊਗਾ। ਤੇ ਜਿਹੜਾ ਆਪਣਾ MPS ਆ ਇਹ ਕਦੇ ਨੈਗੇਟਿਵ ਨਹੀਂ ਹੁੰਦਾ, ਜਿਹੜਾ ਆਪਣਾ APS ਆ ਇਹ ਨੈਗੇਟਿਵ ਹੋ ਸਕਦਾ, ਕਿਉਂਕਿ ਜਦੋਂ ਆਪਣੀ ਸੇਵਿੰਗ ਨੈਗੇਟਿਵ ਦੇ ਵਿੱਚ ਆ, ਜਦੋਂ ਆਪਾਂ ਇਨਕਮ ਦੇ ਨਾਲ ਉਹਨੂੰ ਡਿਵਾਈਡ ਕਰਾਂਗੇ ਤਾਂ ਉਸ ਕੇਸ ਦੇ ਵਿੱਚ ਜਿਹੜਾ ਆਪਣਾ ਆਨਸਰ ਆ ਉਹ ਕੀ ਆਊਗਾ ਨੈਗੇਟਿਵ ਦੇ ਵਿੱਚ ਆਊਗਾ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਵੀ ਜਿਹੜਾ C ਫੰਕਸ਼ਨ ਆ ਤੇ S ਫੰਕਸ਼ਨ ਆ, ਇਸ ਨੂੰ ਆਪਾਂ ਕਿਵੇਂ ਅਲਜੈਬਰਿਕ ਦੀ ਪ੍ਰੈਜੈਂਟੇਸ਼ਨ ਕਰਦੇ ਆ। ਜਿਹੜਾ ਆਪਣਾ C ਫੰਕਸ਼ਨ ਉਸ ਨੂੰ ਆਪਾਂ ਇਸ ਤਰੀਕੇ ਨਾਲ ਲਿਖਦੇ ਆ ਅਲਜੈਬਰਿਕ ਦੇ ਵਿੱਚ, ਜੋ ਆਪਣਾ C ਦੇ ਉੱਪਰ ਬਾਰ ਇਹਦਾ ਮਤਲਬ ਕੀ ਹੁੰਦਾ ਜੀ ਆਪਣਾ ਆਟੋਨੋਮਸ ਕੰਜੰਪਸ਼ਨ। ਆਟੋਨੋਮਸ ਕੰਜੰਪਸ਼ਨ ਆਪਣੀ ਕਦੋਂ ਹੁੰਦੀ ਹੈ ਜੀ, ਜਦੋਂ ਆਪਣੀ ਇਨਕਮ ਕੀ ਹੁੰਦੀ ਆ 0 ਹੁੰਦੀ ਆ। ਤਾਂ ਉਸ ਤੋਂ ਬਾਅਦ ਜਿਹੜਾ ਆਪਣਾ B ਆ, B ਦਾ ਮਤਲਬ ਕੀ ਹੁੰਦਾ ਜੀ ਆਪਣਾ MPC ਮਤਲਬ ਚੇਂਜ ਇਨ ਕੰਜੰਪਸ਼ਨ ਅਪਨ ਚੇਂਜ ਇਨ ਇਨਕਮ। ਉਸ ਤੋਂ ਬਾਅਦ ਆ ਗਿਆ Y ਦਾ ਮਤਲਬ ਕੀ ਹੈ ਇੱਥੇ ਆਪਣਾ ਜੀ ਇਨਕਮ। ਤਾਂ ਜਿਹੜਾ ਆਪਣਾ ਕੰਜੰਪਸ਼ਨ ਫੰਕਸ਼ਨ ਆ ਇਹਦੀ ਹੈਲਪ ਦੇ ਨਾਲ ਆਪਾਂ ਟੋਟਲ ਕੰਜੰਪਸ਼ਨ ਕੈਲਕੂਲੇਟ ਕਰ ਸਕਦੇ ਆ। ਹੁਣ ਦੇਖੋ ਜਦੋਂ ਆਪਣੀ ਇਨਕਮ 0 ਆ ਤਾਂ ਆਪਣੇ ਕੋਲੇ ਖਰਚੇ ਕਿੰਨੇ ਨੇ 20। ਹੁਣ ਇੱਥੇ B ਦਾ ਮਤਲਬ ਕੀ ਹੁੰਦਾ ਵਾ MPC, ਉਹ ਕਿਵੇਂ ਕੈਲਕੂਲੇਟ ਕਰਾਂਗੇ ਚੇਂਜ ਇਨ ਕੰਜੰਪਸ਼ਨ ਅਪਨ ਚੇਂਜ ਇਨ ਇਨਕਮ। ਤਾਂ ਹੁਣ ਇੱਥੇ ਇਨਕਮ ਦੇ ਵਿੱਚ ਕਿੰਨਾ ਆਪਣਾ ਕੰਜੰਪਸ਼ਨ 'ਚ ਕਿੰਨਾ ਚੇਂਜ ਆਇਆ ਆਪਣੇ ਕੋਲੇ 40 ਦਾ, ਤੇ ਇਨਕਮ ਦੇ ਵਿੱਚ ਕਿੰਨਾ ਚੇਂਜ ਆਇਆ ਆਪਣੇ ਕੋਲੇ 50 ਦਾ। ਤਾਂ ਆਪਣੇ ਕੋਲੇ 0.8 ਕੀ ਆ ਰਿਹਾ ਵਾ MPC ਆ ਰਿਹਾ। ਤਾਂ ਇੱਥੇ ਹੁਣ ਆਪਣਾ ਜਿਹੜਾ MPC ਆ B ਦਾ ਮਤਲਬ ਉਹ ਕਿੰਨਾ ਆ ਗਿਆ ਆਪਣੇ ਕੋਲੇ 0.8 ਆ ਗਿਆ। ਹੁਣ ਆਪਣੇ ਇਨਕਮ ਦੇ ਅਕੋਰਡਿੰਗ ਦੇਖਣਾ ਵੀ ਆਪਣਾ ਕਿੰਨਾ ਖਰਚਾ ਹੋ ਰਿਹਾ। ਜੇ ਆਪਾਂ ਇਨਕਮ ਜਦੋਂ ਆਪਣੀ 100 ਆ, ਜਦੋਂ ਆਪਾਂ ਨੇ ਦੇਖਣਾ ਖਰਚਾ ਕਿੰਨਾ ਹੋ ਰਿਹਾ ਆਪਾਂ ਉਹ ਵੀ ਦੇਖ ਸਕਦੇ ਆ। ਜਦੋਂ ਆਪਣੀ ਇਨਕਮ 50 ਆ ਉਸ ਟਾਈਮ ਕਿੰਨਾ ਖਰਚਾ ਕਰ ਰਹੇ ਆ ਤਾਂ ਉਹ ਵੀ ਆਪਾਂ ਦੇਖ ਸਕਦੇ ਆ ਵੀ ਆਪਣੀ ਟੋਟਲ ਕੰਜੰਪਸ਼ਨ ਕਿੰਨੀ ਹੈ। ਹੁਣ ਦੇਖੋ ਇੱਥੇ ਆਪਣੀ ਇਨਕਮ ਮੰਨ ਲਓ 100 ਆ, ਉਹ ਆਪਾਂ ਮੰਨ ਲੈਣਾ ਵੀ ਜਦੋਂ ਆਪਣੀ ਇਨਕਮ 100 ਆ ਉਸ ਟਾਈਮ ਆਪਣਾ ਕੰਜੰਪਸ਼ਨ ਕਿੰਨਾ ਹੋ ਰਿਹਾ ਵਾ। ਤਾਂ ਹੁਣ ਦੇਖੋ ਇਸ ਤਰ੍ਹਾਂ ਆਪਾਂ 20 ਜੇ ਆਪਾਂ 0.8 ਨੂੰ 100 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆ ਜਾਊਗਾ 80 ਆ ਜਾਊਗਾ। ਤਾਂ ਆਪਣੀ ਟੋਟਲ ਕੰਜੰਪਸ਼ਨ ਕਿੰਨੀ ਆ 100। ਜਦੋਂ ਆਪਣੀ ਇਨਕਮ 100 ਆ ਤਾਂ ਕੰਜੰਪਸ਼ਨ ਵੀ ਕਿੰਨੀ ਆ ਆਪਣੀ 100 ਆ। ਤਾਂ ਇਸ ਤਰੀਕੇ ਨਾਲ ਆਪਾਂ ਕੀ ਆ ਕੈਲਕੂਲੇਟ ਕਰ ਸਕਦੇ ਆ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਅਲਜੈਬਰਿਕ ਪ੍ਰੈਜੈਂਟੇਸ਼ਨ S ਫੰਕਸ਼ਨ ਦੀ। ਇਹ ਜਿਹੜਾ ਆਪਣਾ S ਫੰਕਸ਼ਨ ਆ ਕਿਸ ਤੋਂ ਮਤਲਬ ਬਣਿਆ ਆਪਣਾ ਜਿਹੜਾ C ਫੰਕਸ਼ਨ ਆ। ਹੁਣ ਦੇਖੋ ਜਦੋਂ ਆਪਣੀ ਇਨਕਮ 0 ਆ ਉਸ ਟਾਈਮ ਆਪਣਾ ਮਿਨੀਮਮ ਲੈਵਲ ਆਫ ਕੰਜੰਪਸ਼ਨ ਹੁੰਦਾ ਜਿਹਨੂੰ ਆਪਾਂ ਆਟੋਨੋਮਸ ਕੰਜੰਪਸ਼ਨ ਕਹਿੰਦੇ ਆ। ਤਾਂ ਉਸ ਕੇਸ ਦੇ ਵਿੱਚ ਜਿਹੜੀ ਆਪਣੀ ਸੇਵਿੰਗ ਆ ਉਹ ਕੀ ਹੋਊਗੀ ਮਾਈਨਸ ਦੇ ਵਿੱਚ। ਤਾਂ ਇਸ ਕਰਕੇ ਇੱਥੇ ਆਪਣਾ C ਫੰਕਸ਼ਨ ਦੇ ਵਿੱਚ ਓਨਲੀ C ਦੇ ਉੱਪਰ ਬਾਰ ਦੀ ਗੱਲ ਕੀਤੀ ਸੀ, ਇੱਥੇ ਆਪਾਂ ਨੇ ਕੀ ਲਾਤਾ ਮਾਈਨਸ। ਤਾਂ ਇੱਥੇ ਆਪਣੀ ਕੀ ਆ ਜਦੋਂ ਇਨਕਮ 0 ਆ ਉਸ ਟਾਈਮ ਆਪਣਾ ਮਿਨੀਮਮ ਲੈਵਲ ਆਫ ਕੰਜੰਪਸ਼ਨ ਹੁੰਦਾ ਤਾਂ ਉਸ ਕੇਸ ਦੇ ਵਿੱਚ ਆਪਣੀ ਸੇਵਿੰਗ ਕੀ ਹੋਊਗੀ ਨੈਗੇਟਿਵ ਹੋਊਗੀ। ਉਸ ਤੋਂ ਬਾਅਦ ਆ ਗਿਆ ਜਿਹੜਾ ਆਪਣਾ ਕਹਿੰਦੇ MPC ਪਲੱਸ MPS ਹੁੰਦਾ ਉਹ ਕਿਹਦੇ ਬਰਾਬਰ ਹੁੰਦਾ 1 ਦੇ। ਹੁਣ ਜੇ ਆਪਾਂ 1 ਦੇ ਵਿੱਚੋਂ MPC ਲੈਸ ਆਪਾਂ MPC 1 ਦੇ ਵਿੱਚੋਂ ਲੈਸ ਕਰ ਦਾਂਗੇ ਤਾਂ ਆਪਣੇ ਕੋਲੇ ਕੀ ਕੈਲਕੂਲੇਟ ਹੋ ਜਾਊਗਾ ਜੀ MPS ਕੈਲਕੂਲੇਟ ਹੋ ਜਾਊਗਾ। ਹੁਣ ਇੱਥੇ ਆਪਣਾ MPC ਕਿੰਨਾ ਆਇਆ ਸੀ 0.8 ਆਇਆ ਸੀ, 1 - 0.8 ਤਾਂ ਆਪਣਾ MPS ਕਿੰਨਾ ਹੋਊਗਾ ਜੀ 0.2 ਹੋਊਗਾ। ਤਾਂ ਹੁਣ ਇੱਥੇ ਆਪਾਂ ਇਹਨੂੰ ਇਹਦੇ ਥਰੂ ਕੈਲਕੂਲੇਟ ਕਰ ਸਕਦੇ ਹਾਂ। Y ਦਾ ਮਤਲਬ ਕੀ ਆ ਇਨਕਮ। ਤਾਂ ਹੁਣ ਆਪਾਂ ਨੇ ਦੇਖਣਾ ਵੀ ਇਨਕਮ ਦੇ ਲੈਵਲ ਦੇ ਅਕੋਰਡਿੰਗ ਆਪਣੀ ਕਿੰਨੀ ਸੇਵਿੰਗ ਹੋ ਰਹੀ ਆ।
ਹੁਣ ਇੱਥੇ ਦੇਖੋ ਆ ਆਪਣਾ ਪੁਆਇੰਟ ਕੀ ਦੱਸ ਰਿਹਾ ਵੀ ਜੋ ਆਪਣੀ ਇਨਕਮ ਜ਼ੀਰੋ ਆ ਉਸ ਟਾਈਮ ਆਪਣੀ ਕਿੰਨੀ ਸੇਵਿੰਗ ਹੋ ਰਹੀ ਆ, ਤੇ ਇੱਥੇ ਆਪਣੀ ਜਦੋਂ ਇਨਕਮ ਜ਼ੀਰੋ ਆ ਤਾਂ ਇੱਥੇ ਆਪਣੀ ਵੀ ਸੇਵਿੰਗ ਆ ਉਹ ਕੀ ਆ ਨੈਗੇਟਿਵ ਦੇ ਵਿੱਚ ਆ, ਤਾਂ -20 ਆ ਗਿਆ। 1 - B ਤਾਂ ਉਹ ਆਪਣਾ ਕੀ ਆ ਗਿਆ MPS ਆ ਗਿਆ। ਇਸ ਦਾ ਮਤਲਬ ਕੀ ਹੁੰਦਾ ਜੀ MPS, ਤਾਂ MPS ਕਿੰਨਾ ਆਪਣਾ 0.2 ਬਾਈ ਆਪਣੀ ਇਨਕਮ ਆ। ਹੁਣ ਇੱਥੇ ਇਨਕਮ 100 ਸੀ, ਆਪਾਂ ਉਸ ਟਾਈਮ ਦੇਖਾਂਗੇ ਵੀ ਆਪਣੀ ਕਿੰਨੀ ਸੇਵਿੰਗ ਹੋ ਰਹੀ ਆ। ਤਾਂ ਉਸ ਤੋਂ ਬਾਅਦ 0.2 ਨੂੰ ਆਪਾਂ 100 ਨਾਲ ਮਲਟੀਪਲਾਈ ਕਰਾਂਗੇ ਤਾਂ ਕਿੰਨਾ ਆਊਗਾ 20। ਹੁਣ ਆ ਪਲੱਸ ਦਾ 20 ਆਪਣਾ ਮਾਈਨਸ ਦਾ ਤਾਂ ਕਿੰਨਾ ਆਣਾ ਜੀ 0। ਤਾਂ ਜਦੋਂ ਆਪਣੀ ਇਨਕਮ 100 ਆ, ਜਦੋਂ ਕੰਜ਼ੰਪਸ਼ਨ ਵੀ ਆਪਣੀ 100 ਆ, ਤਾਂ ਸੇਵਿੰਗ ਆਪਣੀ ਕੀ ਹੋ ਰਹੀ ਆ 0। ਤਾਂ ਇਸ ਕੇਸ ਦੇ ਵਿੱਚ ਵੀ ਜੋ ਆਪਾਂ ਸੇਵਿੰਗ ਕੈਲਕੂਲੇਟ ਕਰੀ ਉਹ ਆਪਣੀ ਕੀ ਆ ਰਹੀ ਆ 0 ਆ ਰਹੀ ਆ, ਵੀ ਜਦੋਂ ਆਪਣੀ ਇਨਕਮ 100 ਆ ਤਾਂ ਸੇਵਿੰਗ ਆਪਣੀ ਕਿੰਨੀ ਆ ਜੀ 0 ਆ। ਤਾਂ ਇਸ ਤਰੀਕੇ ਇੱਥੇ ਆਪਾਂ ਡਿਫਰੈਂਟ ਲੈਵਲ ਜੋ ਆਪਣਾ ਇਨਕਮ ਹੋਊਗਾ ਉਹ ਫਿਲ ਕਰਕੇ ਜੋ ਵੀ ਆਪਣਾ MPS ਰੇਟ ਆ ਉਸ ਦੀ ਹੈਲਪ ਦੇ ਨਾਲ ਇੱਥੇ ਆਪਣਾ ਜੋ ਨੈਗੇਟਿਵ ਸੇਵਿੰਗ ਆ, ਜੋ ਵੀ ਆਪਣੀ ਇਨਕਮ 0 ਆ, ਇੱਥੇ ਜੋ ਵੀ ਆਪਣੀ ਨੈਗੇਟਿਵ ਸੇਵਿੰਗ ਹੋਊਗੀ ਤਾਂ ਇਹ ਆਪਾਂ ਵੈਲਿਊ ਪੁੱਟ ਕਰਕੇ ਆਪਾਂ ਦੇਖ ਸਕਦੇ ਹਾਂ ਵੀ ਆਪਣੀ ਕਿੰਨੀ ਸੇਵਿੰਗ ਹੋ ਰਹੀ ਹੈ। ਤਾਂ ਇਹ ਆਪਣੇ ਅੱਜ ਦੇ ਕਨਸੈਪਟ ਸੀ ਜੀ, ਉਮੀਦ ਕਰਦੇ ਹਾਂ ਕਲੀਅਰ ਹੋ ਗਏ ਹੋਣਗੇ। ਤੇ ਆਪਣਾ ਜੋ ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਥੈਂਕ ਯੂ।